ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਦਰ ਕਰਨੀ ਮਹਾਰਾਜ, ਗੁਰੂ ਨਾਨਕ ਸਾਹਿਬ ਹਜੂਰ। ਭੂਲ छिमो हमरी प्रभापन भूलनहार कहाँ को मोसो, कंठ लाए अवगुण सब मेटे दयाल पुरख बख्शंद। लेखा कतहूँ न छूटिए हम खिन खिन भूलनहार, बख्शनहारा बख्श दे नानक पार उतार। वाहिगुरु जी का खालसा, वाहिगुरु जी की फतेह। आनंद साहब की बाणी के दर्शन असी कर रहे हाँ। अज 8वीं पौड़ी के विचार करने हैं महाराज। जीवन विच मेरे हथ विच की है और की मेरे हथ विच नहीं है, कई बार यह प्रश्न साडे विच उठदा है। मेरी डेस्टिनी की है, इस डेस्टिनी विच मेरा कितना कंट्रोल है। जे सब कुछ रब ने ही करना है तो मैनू करन दी की लोड़ है। इहो जे प्रश्न अध्यात्म दे मार्ग दे विच मन साडे सामने एक दीवार की तरह पेश करता है और इन्हां प्रश्नों विच उलझ के असी मन दे भीतर नहीं जा पाते। कोई सिलेक्शन होंदी है जीवन विच, होंदी है तो उहदा आधार की है। अज दी यह पौड़ी फिर एक बार सानू सेंट्रल फोकस निरंकार दे दर्शन करके मन की गूढ़ियां अवस्था नू समझाते हैं। यही समझाती है कि किवें जीवन विच सिलेक्शन हो रहा है, किहड़ी चीज़ां मैटर करदियां हन और किहड़ी नहीं मैटर करदियां। निरंकार दे दर्शन विच गुरु बैठा है। गुरु कोल प्रतख सच है जीवन दा, जिहड़ा मेरे मन दे विच हाजिर नहीं है। गुरु उस सच नू सम्मुख रख के सानू शब्द दे राही एक सुनेहा पहुँचा रहा है। जीवन की है, एक देखण दा नज़रिया दे रहा है जिहदे नाल सानू समझ आए कि मेरा और जीवन दा की रिलेशनशिप है। निरंकार अगर है तो वो किधर है, उहदे दर्शन कित्थे ने। आओ इस 8वीं पौड़ी नू पढ़िए, फिर इहदे विचारां विच उतरीए। गुरु दे नाल मन साझा करके अपने विचारां नू हल्का करिए। जीवन एक सफ़र है, वो सफ़र दा शिखर और सक्सैस की है, उहदा फेलियर की है, यह कौन जान सकता है। वही जान सकता है जिहड़ा जीवन नू, जिसने जीवन नू पूरी तरह जान लिया है। उहदा ही आदेश अज असी विचारन लगे हाँ। गुरु अमरदास महाराज ने गोविंदवाल साहब तो यह बाणी प्रगट की है। इस बाणी के जरिए एक आनंद के दर्शन सानू करा रहे हैं, जिहड़ा महाराज कहते हैं साडे नाल है। गुरु दे मिलन नाल इस आनंद दे एक्सपीरियंस विच उतरिया जा सकता है। प्रश्न साडे मन विच उठता है कि सानू क्यों नहीं इस आनंद दे दर्शन होंदे। इस बाणी विच वही विचार चल रही है। आओ महाराज विचारिए। वाहिगुरु जी। बाबा जिस तू दे सोई जन पावे, पावे ता सोजन देह जिसनो, होर क्या करे विचारिया। एक
ਭਰਮ ਭੂਲੇ ਫਿਰੇ ਦੈ ਦਿਸ, ਇੱਕ ਨਾਮ ਲਾਖ ਸਵਾਰਿਆ। ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ। ਕਹਿ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੇ। ਵਾਹਿਗੁਰੂ ਜੀ। ਵਾਹਿਗੁਰੂ ਜੀ ਭਾਈ ਸਾਹਿਬ, ਧੰਨਵਾਦ। ਕਹੇ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੇ। ਕਹੇ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੇ। ਕੀ ਪਾਣਾ ਹੈ ਮਹਾਰਾਜ ਜੀਵਨ ਵਿੱਚ? ਇਸ ਤਰ੍ਹਾਂ ਦਾ ਇੱਕ ਦਰਸ਼ਨ ਹੈ ਜਿਹਦੇ ਵਿੱਚ ਪ੍ਰਤੱਖ ਹੋ ਰਿਹਾ ਹੈ ਕਿ ਮਹਾਰਾਜ ਨੇ ਜੀਵਨ ਦੇ ਸਿਖਰ ਦੀ ਗੱਲ ਕਰ ਰਹੇ ਹਨ। ਇਸ ਬਾਣੀ ਦੇ ਵਿੱਚ ਆਨੰਦ ਸਾਹਿਬ ਦੀ ਗੱਲ ਚੱਲ ਰਹੀ ਹੈ ਔਰ ਆਨੰਦ ਦੀ ਹੀ ਗੱਲ ਗੁਰੂ ਨੇ ਹੁਣ ਛੇੜੀ ਹੈ। ਇਸ ਆਨੰਦ ਨੂੰ ਕੌਣ ਪਾਉਂਦਾ ਹੈ, ਕਿਸ ਨੂੰ ਮਿਲਦਾ ਹੈ? ਅਸੀਂ ਵਿਚਾਰ ਚੁੱਕੇ ਹਾਂ ਕਿ ਆਨੰਦ ਅਨਕੰਡੀਸ਼ਨਲ ਹੈਪੀਨੈਸ ਹੈ, ਜਿਹੜੀ ਸਦਾ ਲਈ ਮੇਰੇ ਨਾਲ ਹੈ ਔਰ ਉਹਦੇ ਐਕਸਪੀਰੀਅੰਸ ਦਾ ਦਰਵਾਜ਼ਾ ਮੇਰੇ ਤੋਂ ਖੁੱਲਦਾ ਨਹੀਂ ਹੈ। ਗੁਰੂ ਦੇ ਮਿਲਣ ਨਾਲ ਉਹ ਖੁੱਲ ਸਕਦਾ ਹੈ। ਉਹ ਅਨਕੰਡੀਸ਼ਨਲ ਹੈ, ਸਦਾ ਲਈ ਹੈ ਔਰ ਥਿਰ ਹੈ, ਸਹਿਜ ਵੀ ਉਹਦੇ ਨਾਲ ਆਉਂਦਾ ਹੈ। ਗੁਰੂ ਜੀਵਨ ਦੇ ਉਸ ਸਿਖਰ ਦੀ ਗੱਲ ਕਰਦੇ ਹਨ ਜਿਸ ਨੂੰ ਅਸੀਂ ਸਾਰੇ ਭਾਲ ਰਹੇ ਹਾਂ, ਲੱਭ ਰਹੇ ਹਾਂ। ਮਹਾਰਾਜ, ਜੋ ਕੁਝ ਵੀ ਅਸੀਂ ਕਰਦੇ ਹਾਂ ਉਹ ਆਨੰਦ ਦੀ ਪ੍ਰਾਪਤੀ ਵਾਸਤੇ ਹੀ ਹੈ, ਪਰ ਇਹਨੂੰ ਵਿਚਾਰਨਾ ਬਣਦਾ ਹੈ। ਅਸੀਂ ਕਰ ਤਾਂ ਆਨੰਦ ਲਈ ਰਹੇ ਹਾਂ, ਪਰ ਕੀ ਆਨੰਦ ਸਾਨੂੰ ਮਿਲ ਰਿਹਾ ਹੈ? ਕਿ ਸਾਨੂੰ ਇਸ ਆਨੰਦ ਦਾ ਗਿਆਨ ਹੋ ਗਿਆ ਹੈ? ਇਹਦਾ ਕਾਰਨ ਕੀ ਹੈ? ਮੈਂ ਰੋਜ਼ ਇਸ ਆਨੰਦ ਲਈ ਐਫਰਟ ਕਰਦਾ ਹਾਂ, ਰੋਜ਼ ਇਸ ਆਨੰਦ ਨੂੰ ਲੱਭਣ ਨਿਕਲਦਾ ਹਾਂ, ਪਰ ਮੈਨੂੰ ਦੁੱਖ ਹੀ ਲੱਭ ਰਿਹਾ ਹੈ। ਇਹਦਾ ਕਾਰਨ ਕੀ ਹੈ? ਜੀਵਨ ਦਾ ਕਿਹੜਾ ਐਕਸਪੀਰੀਅੰਸ ਮੇਰੇ ਤੋਂ ਵਾਂਝਾ ਹੈ, ਮੈਂ ਨਹੀਂ ਜਾਣਦਾ ਹਾਂ ਉਸ ਨੂੰ, ਜਿਸ ਕਾਰਨ ਕਰਕੇ ਬਾਰ-ਬਾਰ ਇੱਕ ਹੀ ਰੈਪੀਟੇਟਿਵ ਗਲਤੀ ਮੈਂ ਕਰਦਾ ਜਾ ਰਿਹਾ ਹਾਂ। ਕਿਹੜੇ ਐਕਸਪੀਰੀਅੰਸ ਦੇ ਵਿੱਚ ਮੈਨੂੰ ਗਿਆਨ ਹੋ ਸਕਦਾ ਹੈ? ਕਿਸ ਤੋਂ ਗਿਆਨ ਹੋ ਸਕਦਾ ਹੈ? ਗੁਰੂ ਅੱਜ ਸਮਝਾ ਰਹੇ ਹਨ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ। ਜਿਸ ਨੂੰ ਤੂੰ ਦਿੰਦਾ ਹੈ ਆਨੰਦ, ਉਹ ਪਾ ਲੈਂਦਾ ਹੈ। ਬਾਬਾ ਕੌਣ ਹੈ? ਬਾਬਾ ਬਜ਼ੁਰਗ ਨੂੰ ਵੀ ਕਿਹਾ ਜਾਂਦਾ ਹੈ, ਫਾਰਸੀ ਦਾ ਸ਼ਬਦ ਹੈ ਦਰਅਸਲ। ਉਸ ਦਾਨੇ ਨੂੰ ਜਿਹਨੂੰ ਗਿਆਨ ਹੈ ਉਹਦੀ ਗੱਲ ਬਾਬਾ ਵੀ ਹੈ, ਪਰ ਇੱਥੇ ਬਾਬਾ ਦਾ ਐਡਰੈਸ ਨਿਰੰਕਾਰ ਨੂੰ ਹੈ। ਉਸ ਇੱਕ ਓਮਕਾਰ ਦੇ ਦਰਸ਼ਨ ਜਿਹੜੇ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਮਾਏ ਹੋਏ ਹਨ, ਪ੍ਰਗਟ ਜਾਂ ਛਿਪੇ, ਇਹ ਸਾਡੇ ਆਪਣੇ ਐਕਸਪੀਰੀਅੰਸ ਤੇ ਡਿਪੈਂਡ ਕਰਦਾ ਹੈ। ਬਾਰ-ਬਾਰ ਗੁਰੂ ਸਾਨੂੰ ਪ੍ਰੇਰਦਾ ਹੈ ਇੱਕ ਰਸਤੇ ਵੱਲ, ਇੱਕ ਐਕਸਪੀਰੀਅੰਸ ਵੱਲ, ਜਿਹਦਾ ਸੈਂਟਰਲ ਫਿਗਰ ਇੱਕ ਓਮਕਾਰ ਦੀ ਹਾਜ਼ਰੀ ਔਰ ਹਜ਼ੂਰੀ ਹੈ। But maybe we don't understand or catch the depth of the experience. ਗੁਰੂ ਕਹਿੰਦਾ ਹੈ, ਬਾਬਾ ਜਿਸ ਤੂੰ ਦੇ, ਜਿਸ ਨੂੰ ਨਿਰੰਕਾਰ ਦਿੰਦਾ ਹੈ, ਉਸ ਨੂੰ ਇਹ ਆਨੰਦ ਦਾ ਐਕਸਪੀਰੀਅੰਸ ਖੁੱਲ੍ਹਦਾ ਹੈ। ਸੋਈ ਜਨ ਪਾਵੇ। ਜਨ ਤਾਂ ਕਈ ਹਨ, ਸਾਰੇ ਜਨ ਨਿਰੰਕਾਰ ਦੇ ਹੀ ਹਨ, ਪਰ ਇੱਥੇ ਕੋਈ ਸਿਲੈਕਸ਼ਨ ਹੋ ਰਹੀ ਲੱਗਦੀ ਹੈ। ਕਿਸੇ ਜਨ ਨੂੰ ਮਿਲਦਾ ਹੈ, ਕਿਸੇ ਨੂੰ ਨਹੀਂ ਮਿਲਦਾ। ਉਹਦਾ ਕਾਰਨ ਕੀ ਹੈ, ਇਸ ਪੌੜੀ ਵਿੱਚ ਦੱਸਿਆ ਜਾ ਰਿਹਾ ਹੈ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੂਟੇ ਤਿਲ ਬੁਆੜ ਜਿਉ ਸੁੰਝੇ ਅੰਦਰ ਖੇਤ।
ਕਿਵੇਂ ਦਰਸ਼ਨ ਉਸੇ ਬਾਣੀ ਦੇ ਇੱਥੇ ਵੀ ਹੋ ਰਹੇ ਹਨ। ਜਦੋਂ ਗੁਰੂ ਕਹਿੰਦਾ ਹੈ ਭਾਣਨਾ ਮੰਨਣਾ, ਉਸ ਭਾਣੇ ਨੂੰ ਜਾਣ ਲੈਣਾ, ਇਹ ਹੁਕਮ ਦੀ ਗੱਲ ਹੈ। ਇਹ ਹਉਮੈ ਔਰ ਹੁਕਮ ਦਾ ਇੱਕ ਕੌਨਫਲਿਕਟ ਜਿਹੜਾ ਮੇਰੇ ਮਨ ਵਿੱਚ ਨਿਰੰਤਰ ਚੱਲਦਾ ਹੈ, ਇਸ ਪੌੜੀ ਵਿੱਚ ਉਹਦੇ ਦਰਸ਼ਨ ਹੋ ਰਹੇ ਹਨ। ਮੈਂ ਹਉਮੈ ਵਿੱਚ ਜੀਂਦਾ ਹਾਂ, ਮੈਂ ਹੀ ਸੈਂਟਰਲ ਹਾਂ ਲਾਈਫ ਦਾ, ਔਰ ਮੇਰੇ ਹੀ ਚੋਇਸਿਸ ਰੈਲੇਵੈਂਟ ਹਨ। ਇਹ ਮੇਰਾ ਐਕਸਪੀਰੀਅੰਸ ਹੈ ਔਰ ਇਹ ਮੇਰੇ ਦੁੱਖ ਦਾ ਕਾਰਨ ਵੀ ਹੈ। ਇਸ ਹਉਮੈ ਦੇ ਕਾਰਨ ਮੈਂ ਹੁਕਮ ਨੂੰ ਨਹੀਂ ਜਾਣ ਪਾਉਂਦਾ। ਹੁਕਮ ਕੀ ਹੈ ਮਹਾਰਾਜ? ਸਾਰੀ ਸ੍ਰਿਸ਼ਟੀ ਹੁਕਮ ਹੈ। ਜੋ ਕੁਝ ਵਰਤ ਰਿਹਾ ਹੈ ਹੁਕਮ ਹੈ। ਅਸੀਂ ਉਸ ਇਵੈਂਟ ਨੂੰ ਦੇਖ ਰਹੇ ਹਾਂ ਜੋ ਹੋ ਰਿਹਾ ਹੈ, ਪਰ ਇੱਕ ਐਨਰਜੀ ਫਲੋ ਚੱਲਦਾ ਹੈ ਜੀਵਨ ਵਿੱਚ, ਮਹਾਰਾਜ ਕਹਿੰਦੇ ਹਨ, ਜਿਹੜਾ ਆਨੰਦ ਰੂਪ ਵਿੱਚ ਬਹਿ ਰਿਹਾ ਹੈ। ਉਸ ਨੂੰ ਅਸੀਂ ਨਹੀਂ ਜਾਣਦੇ ਹਾਂ। ਜਿਹੜਾ ਬਖਸ਼ਿਸ਼ ਦਾ ਦੁਆਰ ਹੈ, ਆਨੰਦ ਹੈ ਉੱਥੇ, ਔਰ ਉਹ ਆਨੰਦ ਗੁਰ ਪ੍ਰਸਾਦੀ ਮਿਲਦਾ ਹੈ। ਉਸ ਆਨੰਦ ਦੇ ਦਰਸ਼ਨ ਮੈਂ ਨਹੀਂ ਕਰ ਪਾਉਂਦਾ। ਉਹਨੂੰ ਲੱਭ ਰਿਹਾ ਹਾਂ ਪਰ ਮਿਲਦਾ ਨਹੀਂ ਮੈਨੂੰ। ਕਾਰਨ ਮੈਂ ਜਿਸ ਕਿਸ਼ਤੀ ਵਿੱਚ ਬੈਠਾ ਹਾਂ ਉਹ ਮੈਨੂੰ ਹੁਕਮ ਤੋਂ ਤੋੜ ਦਿੰਦੀ ਹੈ। ਹਉਮੈ ਹੁਕਮ ਤੋਂ ਤੋੜ ਦਿੰਦੀ ਹੈ ਮਹਾਰਾਜ। ਮੈਨੂੰ ਗਿਆਨ ਨਹੀਂ ਹੈ ਕਿ ਹੁਕਮ ਕੀ ਹੈ, ਨਿਰੰਕਾਰ ਕੀ ਹੈ ਔਰ ਆਨੰਦ ਕੀ ਹੈ। ਹੁਕਮ ਔਰ ਆਨੰਦ ਦੇ ਵਿੱਚ ਭੇਦ ਨਹੀਂ ਹੈ। ਆਨੰਦ ਦਾ ਹੁਕਮ ਹੈ ਔਰ ਉਹ ਬਖਸ਼ਿਸ਼ ਦੇ ਰਾਹੀਂ ਮਿਲਦਾ ਹੈ। ਮੈਂ ਇਸ ਐਕਸਪੀਰੀਅੰਸ ਤੋਂ ਵਾਂਝਾ ਇਸ ਕਰਕੇ ਹਾਂ ਕਿ ਮੈਂ ਆਪਣੀ ਹਉਮੈ ਦੀ ਕਿਸ਼ਤੀ ਤੋਂ ਨੂੰ ਨਹੀਂ ਛੱਡ ਪਾਉਂਦਾ। ਅਸੀਂ ਕਈ ਕਾਰਨਾਂ ਕਰਕੇ ਇਸ ਜੀਵਨ ਨੂੰ ਬੜੀ ਜ਼ੋਰ ਦੀ ਪਕੜ ਕੇ ਰੱਖਦੇ ਹਾਂ, ਕਿਉਂਕਿ ਅਸੀਂ ਆਪ ਬਣਾਇਆ ਹੈ। ਇਹ ਜਿਹੜਾ ਕੰਡੀਸ਼ਨਡ ਮਾਈਂਡ ਹੈ, ਜਿਹੜਾ ਮੇਰਾ ਪਰਿਵਾਰ ਹੈ, ਮੇਰਾ ਸਰੀਰ ਹੈ, ਮੇਰਾ ਆਸ-ਪਾਸ ਦਾ ਜੀਵਨ ਹੈ, ਇਹੀ ਮੈਂ ਜੀਵਨ ਜਾਣਦਾ ਹਾਂ, ਜਿਹੜਾ ਡਿਫਾਈਨਡ ਹੈ, ਜਿਹੜਾ ਗੁਣਾਂ ਦੇ ਅੰਦਰ ਹੈ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੀ ਬਾਣੀ ਵਿੱਚ ਇੱਕ ਜਗ੍ਹਾ ਦੱਸਦੇ ਹਨ, ਤ੍ਰੈਗੁਣ ਤੇ ਅਤੀਤ। ਇਹ ਗੁਣਾਂ ਦੇ ਅਤੀਤ, ਇਹ ਫਾਰਮ ਔਰ ਸ਼ੇਪ ਤੋਂ ਪਰੇ ਕੀ ਹੈ, ਉਸ ਦੀ ਗੱਲ ਕਰਦਾ ਹੈ ਗੁਰੂ। ਇਹਨਾਂ ਅੱਖਾਂ ਨਾਲ ਨਹੀਂ ਦੇਖਿਆ ਜਾਂਦਾ। ਗੁਰੂ ਕਹਿੰਦਾ ਮਨ ਤੋਂ ਐਕਸਪੀਰੀਅੰਸ ਹੋ ਸਕਦਾ ਹੈ। ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਸ ਜੀਵਨ ਤੋਂ ਪਰੇ ਦਾ ਇੱਕ ਜੀਵਨ ਹੈ, ਉਹਨੂੰ ਜਾਣ ਲੈ। ਜਿਵੇਂ ਸਮੁੰਦਰ ਦੀ ਲਹਿਰਾਂ ਵਿੱਚ ਬਹੁਤ ਮੂਵਮੈਂਟ ਹੁੰਦੀ ਹੈ, ਪਰ ਅਗਰ ਸਮੁੰਦਰ ਦੀ ਗਹਿਰਾਈ ਵਿੱਚ ਉਤਰੀਏ ਤੇ ਇੱਕ ਸਥਿਰਤਾ ਨਜ਼ਰ ਆਉਂਦੀ ਹੈ, ਇੱਕ ਸਟੇਬਿਲਿਟੀ, ਜਿਵੇਂ ਕਿ ਕੁਛ ਨਹੀਂ ਹਿਲਦਾ ਪਿਆ। ਔਰ ਕਈ ਕਿਲੋਮੀਟਰ ਥੱਲੇ, ਜਿਤਨੀ ਉਚਾਈ ਮਾਊਂਟ ਐਵਰੈਸਟ ਦੀ ਹੈ, ਉਸ ਤੋਂ ਜ਼ਿਆਦਾ ਡੂੰਘਾ ਸਮੁੰਦਰ ਹੈ, ਔਰ ਉਸ ਤੋਂ ਵੀ ਜ਼ਿਆਦਾ ਡੂੰਘਾ ਮਨ ਹੈ ਮਹਾਰਾਜ। ਬੜਾ ਹੀ ਬੈਗੇਜ ਹੈ ਇਹਦੇ ਨਾਲ। ਇਹਦੀ ਗਹਿਰਾਈ ਵਿੱਚ, ਮਨ ਦੇ ਤੱਟ ਦੇ ਵਿੱਚ, ਮਨ ਦੇ ਤਲ ਦੇ ਵਿੱਚ ਗੁਰੂ ਕਹਿੰਦਾ ਹੈ ਕਿ ਇੱਕ ਜੋਤ ਵਿਰਾਜਮਾਨ ਹੈ। ਉਸ ਨੂੰ ਸਾਹਿਬ ਨੇ ਆਨੰਦ ਵੀ ਕਿਹਾ ਹੈ, ਅਨਹਦ ਨਾਦ ਵੀ ਕਿਹਾ ਹੈ। ਇੱਕ ਐਕਸਪੀਰੀਅੰਸ ਖੁੱਲ੍ਹਦਾ ਹੈ ਜੀਵਨ ਦਾ, ਜਿਹੜਾ ਸਦਾ ਲਈ ਹੈ। ਔਰ ਉਹ ਹੈ ਕਿੱਥੇ ਮਹਾਰਾਜ? ਗੁਰੂ ਕਹਿੰਦਾ ਬਾਹਰ ਨਾ ਲੱਭਣ ਜਾਓ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੇ ਸੰਗ ਸਮਾਈ। ਮੇਰੇ ਨਾਲ ਹੈ ਮਹਾਰਾਜ। ਕਾਰਨ ਕੀ ਹੈ? ਨਹੀਂ ਦਿਖਦਾ ਹਜੂਰ। पोप मद ज्यों बास बसत है, मुकर माए जैसे छाई, तैसे ही हर बसे निरंतर,
ਘੱਟ ਹੀ ਖੋਜੋ ਪਾਈ। ਬਸ ਇੱਥੇ ਮੈਂ ਚੁੱਪ ਜਾਂਦਾ ਹਾਂ। ਬਾਹਰ ਦਾ ਸ਼ੋਰ ਇੰਨਾ ਹੈ, ਮੈਂ ਕਮਿਟਮੈਂਟਸ ਇੰਨੀਆਂ ਕਰ ਬੈਠਾ ਹਾਂ, ਸੋਸ਼ਲ ਸਟਰਕਚਰ ਵੀ ਬੜਾ ਵੱਡਾ ਹੈ, ਕਮਾਈ ਵੀ ਕਰਨੀ ਹੈ, ਲੋਕਾਂ ਨੂੰ ਪਰਚਾਣਾ ਵੀ ਹੈ, ਬਾਹਰ ਤੱਕ ਘੁੰਮਣਾ ਵੀ ਬਣਦਾ ਹੈ। ਜੀਵਨ ਤਾਂ ਇਹੀ ਹੈ ਨਾ, ਉਹੀ ਸਭ ਕੁਝ ਤਾਂ ਮੈਂ ਕਰ ਰਿਹਾ ਹਾਂ। ਕੀ ਗਲਤ ਹੈ? ਸਭ ਲੋਕ ਤਾਂ ਇਹੀ ਕਰਦੇ ਹਨ। ਗੁਰੂ ਕਹਿੰਦਾ ਘੱਟ ਹੀ ਖੋਜੋ ਪਾਈ। ਇਸ ਘੱਟ ਨੂੰ ਕਿਵੇਂ ਜਾਣਿਆ ਜਾਏ? ਅੰਦਰ ਕਿਵੇਂ ਜਾਵਾਂਗੇ? ਗੱਲ ਸਾਰੀ ਇੱਥੇ ਆਉਂਦੀ ਹੈ। ਅਗਰ ਕੋਈ ਸੈਂਟਰਲ ਚੂਕ ਅਸੀਂ ਕਰਦੇ ਹਾਂ ਜੀਵਨ ਦੀ, ਉਹ ਇਹੀ ਕਰਦੇ ਹਾਂ ਜਿਹੜੀ ਰਾਬੀਆ ਅਲ-ਬਸਰਾ ਨੇ ਦੱਸੀ ਸੀ ਕਿ ਅਸੀਂ ਅੰਤਰ ਨਹੀਂ ਜਾਂਦੇ। ਬਾਹਰ ਦੀ ਸ਼ਕਤੀਆਂ ਦੇ ਵਿੱਚ ਇੰਨੀ ਕਮਿਟਮੈਂਟ ਹੋ ਜਾਂਦੀ ਹੈ ਕਿ ਅੰਤਰ ਜਾਣ ਲਈ ਸ਼ਾਂਤੀ ਹੀ ਨਹੀਂ ਹੁੰਦਾ ਮਨ। ਸਮੁੰਦਰ ਦੀ ਲਹਿਰਾਂ ਇਤਨੀ ਤੇਜ਼ੀ ਨਾਲ ਮੈਨੂੰ ਗ੍ਰਸਤ ਕੀਤੀਆਂ ਹੋਈਆਂ ਕਿ ਗਹਿਰਾਈ ਵਿੱਚ ਉਤਰਦਾ ਹੀ ਨਹੀਂ ਹਾਂ। ਫਿਰ ਕਦੇ ਕਦੇ ਸੁੱਖ ਵੀ ਮਿਲ ਜਾਂਦਾ ਹੈ। ਇਹ ਕਾਰਨ ਕੀ ਹੈ? ਮਹਾਰਾਜ ਸਮਝਾਉਂਦੇ ਹਨ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਜਿੱਥੇ ਮੈਂ ਅੱਜ ਖੜਾ ਹਾਂ, ਜੋ ਮੇਰੀ ਮਨ ਦੀ ਅਵਸਥਾ ਹੈ, ਜੋ ਮੇਰਾ ਜੀਵਨ ਹੈ, ਉਹ ਮੈਂ ਮੰਗ ਕੇ ਲਿਆ ਹੈ। ਉਹ ਮੇਰੀਆਂ ਚੋਇਸਿਸ ਹਨ। ਇਸ ਲਈ ਨਿਰੰਕਾਰ ਆਪਣੇ ਨੂੰ ਇਹਦੇ 'ਚ ਦੋਸ਼ੀ ਨਹੀਂ ਕਰਾਰ ਕਰਦਾ। ਇਹ ਸਭ ਮੇਰੀਆਂ ਹੀ ਚੋਇਸਿਸ ਹਨ। ਕਈ ਵਾਰ ਮੈਨੂੰ ਲੱਗਦਾ ਚਲਾਕੀ ਕਰ ਗਿਆ ਹੈ ਰੱਬ ਸਾਡੇ ਨਾਲ। ਮੈਂ ਆਪ ਹੀ ਚੂਜ਼ ਕਰਦਾ ਹਾਂ ਔਰ ਆਪ ਹੀ ਦੁੱਖ ਪਾਉਂਦਾ ਰਹਿੰਦਾ ਹਾਂ। ਇਸ ਪੌੜੀ ਦੇ ਵਿੱਚ ਇੱਕ ਭੇਦ ਸਮਝਾ ਰਹੇ ਹਨ ਗੁਰੂ ਕਿ ਇਹ ਜਿਹੜਾ ਆਨੰਦ ਦਾ ਦਰਵਾਜ਼ਾ ਹੈ, ਮੇਰੇ ਕਰਨ ਤੋਂ ਨਹੀਂ ਖੁੱਲੇਗਾ। ਮੈਂ ਕੁਛ ਵੀ ਕਰ ਲਵਾਂ, ਮੇਰੇ ਦੇ ਹੁੰਦੇ ਹੁੰਦੇ ਇਹ ਆਨੰਦ ਨਹੀਂ ਖੁੱਲ ਸਕਦਾ। ਮੈਂ ਤੇ ਗਿਰਨ ਤੇ ਹੀ ਹੋਏਗਾ। ਈਗੋ ਦੇ ਬਿਯੋਂਡ ਹੀ ਆਨੰਦ ਖੁੱਲੇਗਾ। ਤਿੰਨ ਸ਼ਬਦ ਲਾਗ ਸਵਾਰਿਆ। ਸ਼ਬਦ ਨਾਲ ਸਾਂਝ ਪਾ ਕੇ ਮਨ ਗਿਰ ਜਾਂਦਾ ਹੈ, ਜਿਸ ਨੂੰ ਸਿੱਧ ਗੋਸ਼ਟ ਵਿੱਚ ਹਜੂਰ ਨੇ ਸਮਝਾਇਆ ਹੈ ਕਿ ਸੁਰਤ ਔਰ ਸ਼ਬਦ ਦੀ ਇਹ ਮਿਲਣ ਨਾਲ ਇੱਕ ਧੁਨ ਚੱਲ ਪੈਂਦੀ ਹੈ ਮਨ ਵਿੱਚ। ਸ਼ਬਦ ਗੁਰੂ, ਸੁਰਤ ਧੁਨ ਚੇਲਾ। ਸੁਰਤ ਚੇਲਾ ਹੈ ਔਰ ਇੱਕ ਧੁਨ ਵਸ ਜਾਂਦੀ ਹੈ। ਇਸ ਸੁਰਤ ਦਾ ਗਿਆਨ ਨਹੀਂ ਹੈ ਮੈਨੂੰ। ਗੱਲ ਇੱਥੇ ਫਸਦੀ ਹੈ ਮਹਾਰਾਜ। ਅਗਰ ਮੈਂ ਇਕਾਗਰ ਹੋਣਾ ਜਾਣ ਲਵਾਂ, ਲਿਵ ਜਿਵੇਂ ਸਮਝਾਇਆ ਸੀ ਮਹਾਰਾਜ ਨੇ, ਅੱਗੇ ਵੀ ਦੱਸਣਗੇ ਲਿਵ ਬਾਰੇ। ਮੈਂ ਕਿੱਥੇ ਮਨ ਨੂੰ ਜੋੜਿਆ ਹੈ, ਉੱਥੋਂ ਮੈਂ ਡਿਫਾਈਨ ਹੁੰਦਾ ਹਾਂ ਔਰ ਮੇਰੇ ਜੀਵਨ ਦਾ ਸਕਸੈਸ ਔਰ ਫੇਲੀਅਰ ਵੀ ਉਹਦੇ 'ਚ ਹੀ ਲਿਖਿਆ ਹੈ। ਮੈਂ ਜੀਵਨ ਨਾਲ ਟੁੱਟ ਜਾਵਾਂ ਫਿਰ? ਗੁਰੂ ਨਹੀਂ ਕਹਿੰਦਾ। ਗੁਰੂ ਕਹਿੰਦਾ ਘੱਟ ਹੀ ਖੋਜੋ ਪਾਈ। ਸਭ ਕੁਝ ਕਰਦੇ ਕਰਦੇ ਅੰਤਰ ਜਾਣ ਦਾ ਸਮਾਂ ਕੱਢ ਲਓ। ਔਰ ਕਈ ਵਾਰ ਤਾਂ ਜੀਵਨ ਦਾ ਦੁੱਖ ਹੀ ਕਾਰਨ ਹੋ ਜਾਂਦਾ ਹੈ ਅੰਤਰ ਜਾਣ ਵਾਸਤੇ। ਮੈਨੂੰ ਬਾਹਰ ਮਨ ਦਾ ਧੋਖਾ ਦਿਖਿਆ, ਦਰਦ ਹੋਇਆ, ਤਾਂ ਮੈਂ ਅੰਤਰ ਜਾ ਕੇ ਸਕੂਨ ਲੈ ਸਕਦਾ ਹਾਂ, ਅਗਰ ਅੰਤਰ ਦਾ ਐਕਸਪੀਰੀਅੰਸ ਮੈਂ ਜਾਣਦਾ ਹਾਂ ਤਾਂ। ਪਰ ਮੈਂ ਜਾਣਦਾ ਹੀ ਨਹੀਂ ਹਾਂ। ਕਈ ਕਲਚਰਸ ਵਿੱਚ ਇੱਕ ਪ੍ਰਥਾ ਹੈ। ਗੁਰੂ ਨੇ ਸਾਨੂੰ ਅੰਮ੍ਰਿਤ ਵੇਲੇ ਦੀ ਗੱਲ ਵੱਲ ਪ੍ਰੇਰਿਆ ਹੈ, ਜਦੋਂ ਸਭ ਸੁੱਤੇ ਹੋਣ। ਪਰ ਅੱਜ ਕੱਲ੍ਹ ਦਾ ਜੀਵਨ ਬੜਾ ਡਾਢਾ ਹੈ, ਮੌਕਾ ਨਹੀਂ ਖੁੱਲਦਾ, ਸ਼ਕਤੀ ਰਹੀ ਨਹੀਂ ਜਾਂਦੀ। ਇੱਕ ਇਨਰ ਐਕਸਪੀਰੀਅੰਸ ਚਾਹੀਦਾ ਹੈ ਹਨੇਰੇ ਦੇ ਵਿੱਚ ਜਗ ਕੇ ਜਾਪ ਕਰਨ ਵਾਸਤੇ, ਅਭਿਆਸ ਕਰਨ ਲਈ।
ਇੱਕ ਇਨਰ ਇਨਸਪੀਰੇਸ਼ਨ ਚਾਹੀਦੀ ਹੈ, ਇੱਕ ਰੈਮਨੈਂਟ ਐਨਰਜੀ ਚਾਹੀਦੀ ਹੈ ਜਿਹੜੀ ਮਨ ਦੇ ਵਿੱਚ ਹੋਏ। ਪਰ ਉਹ ਮਨ ਅਗਰ ਡਰੇਨ ਹੋ ਗਿਆ ਐਨਰਜੀ ਨਾਲ ਤਾਂ ਉਹਨੂੰ ਫਿਰ ਸਟਿਮੂਲੈਂਟ ਨਹੀਂ ਮਿਲਦਾ। ਬਿਨਾਂ ਸਟਿਮੂਲੈਂਟ ਦੇ ਕਾਰਜ ਨਹੀਂ ਹੋ ਸਕਦਾ। ਜਿਵੇਂ ਪ੍ਰੇਮ ਇੱਕ ਸਟਿਮੂਲੈਂਟ ਹੋ ਜਾਂਦਾ ਹੈ ਜੀਵਨ ਦੇ ਵਿੱਚ, ਦੋ ਜਣਿਆਂ ਦੇ ਪ੍ਰੇਮ ਦੇ ਵਿੱਚ ਉਹਨਾਂ ਨੂੰ ਕੁਝ ਵੀ ਕਰਨ ਨੂੰ ਪ੍ਰੇਰ ਦਿੰਦਾ ਹੈ। ਇਵੇਂ ਮਨ ਦੇ ਵਿੱਚ ਪ੍ਰੇਮ ਨਹੀਂ ਉੱਠਿਆ ਤਾਂ ਅਸੀਂ ਆਪਣੀ ਨੀਂਦ ਨਹੀਂ ਤਿਆਗ ਪਾਉਂਦੇ। ਔਰ ਅੱਜ ਕੱਲ੍ਹ ਤਾਂ ਹੋਰ ਵੀ ਔਖਾ ਹੋ ਗਿਆ। ਹੁਣ ਇੱਧਰ ਗੱਲ ਸਾਰੀ ਫਸ ਜਾਂਦੀ ਹੈ। ਜੋ ਸਭ ਕਰਦੇ ਹਨ ਉਹੀ ਅਸੀਂ ਕਰਦੇ ਹਾਂ, ਔਰ ਸਭ ਅਗਰ ਗਲਤ ਕਰ ਰਹੇ ਹਨ ਤਾਂ ਅਸੀਂ ਵੀ ਗਲਤ ਹੀ ਕਰ ਰਹੇ ਹਾਂ। ਪਰ ਗੁਰੂ ਨੇ ਜੋ ਗੱਲ ਸਮਝਾਈ ਹੈ, ਜਿਸ ਨੇ ਉਸ ਨੂੰ ਪਕੜ ਲਿਆ ਉਹਨੇ ਆਪਣੇ ਆਪ ਨੂੰ ਬਦਲ ਦਿੱਤਾ। ਇਹ ਰੈਲੇਵੈਂਟ ਨਹੀਂ ਰਹਿੰਦਾ ਬਾਹਰ ਹੋਰ ਕੀ ਕਰ ਰਹੇ ਹਨ। ਸੰਗਤ ਦਾ ਵੀ ਅਸਰ ਪੈਂਦਾ ਹੈ। ਇਹੀ ਸੰਗਤ ਹੈ ਜੋ ਅਸੀਂ ਕਰ ਰਹੇ ਹਾਂ। ਸ਼ਬਦ ਦੀ ਵਿਚਾਰ ਦੀ ਗੱਲ। ਮੈਂ ਆਪਣੇ ਮੰਗਣ ਤੋਂ ਹੀ ਦੁੱਖ ਦੇ ਵਿੱਚ ਪਹੁੰਚ ਗਿਆ ਹਾਂ, ਪਰ ਗੁਰੂ ਕਹਿੰਦਾ ਹੈ ਕਿ ਇਹ ਜਿਹੜਾ ਆਨੰਦ ਦਾ ਐਕਸਪੀਰੀਅੰਸ ਹੈ, ਇਹਦਾ ਦਰਵਾਜ਼ਾ ਮਿਲਦਾ ਹੈ, ਮੇਰੇ ਕਰਨ ਤੋਂ ਨਹੀਂ ਮਿਲੇਗਾ। ਕਰਨਾ ਤਾਂ ਫਿਰ ਵੀ ਹੈ ਕੁਝ। ਕੀ ਕਰਨਾ ਹੈ ਮਹਾਰਾਜ? ਮਹਾਰਾਜ ਕਹਿੰਦੇ ਹਨ, ਪਾਵੇਂ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਪਾਵੇਂ ਤਾਂ ਸੋ ਜਨ ਦੇ ਜਿਸ ਨੂੰ, ਪਾਵੇ ਤਾਂ ਸੋ ਜਨ ਦੇ ਜਿਸ ਨੂੰ ਉਹਨੇ ਦਿੱਤਾ ਉਸਨੇ ਪਾ ਲਿਆ। ਬਾਕੀ ਦਾ ਕੀ ਹੈ ਫਿਰ ਮਹਾਰਾਜ? ਹੋਰ ਕਿਆ ਕਰੇ ਵਿਚਾਰਿਆ। ਬਾਕੀਆਂ ਦਾ ਤੇ ਕੁਝ ਖਾਸ ਪੋਜ਼ਿਟਿਵ ਨਹੀਂ ਕਹਿੰਦੇ ਹਨ ਗੁਰੂ। ਉਹ ਕਹਿੰਦੇ ਹਨ ਉਹਨਾਂ ਕੋਲ ਚਾਰਾ ਕੀ ਹੈ ਬਾਕੀਆਂ ਕੋਲ। ਹੋਰ ਕਿਆ ਕਰੇ? ਉਹ ਕੀ ਕਰ ਸਕਦੇ ਹਨ? ਉਹਨਾਂ ਦੇ ਕਰਨ ਤੋਂ ਕੁਝ ਹੋ ਹੀ ਨਹੀਂ ਰਿਹਾ ਹੈ। ਇਹਦਾ ਮਤਲਬ ਕੀ ਬਣਦਾ ਹੈ? ਇਹਦਾ ਮਤਲਬ ਇਹ ਬਣਦਾ ਹੈ ਕਿ ਜੀਵਨ ਵਿੱਚ ਮੈਂ ਬਹੁਤ ਕੁਝ ਕਮਾ ਲਵਾਂ ਜਾਂ ਨਾ ਕਮਾ ਲਵਾਂ, ਜਿਸ ਨੂੰ ਦੁਨੀਆ ਸਕਸੈਸ ਕਹਿੰਦੀ ਹੈ, ਉਹ ਵਿਚਾਰਾ ਜੀਵਨ ਹੈ। ਉਹਦੇ 'ਚ ਕੋਈ ਆਪਸ਼ਨਸ ਨਹੀਂ ਹਨ। ਉਹ ਇੱਕ ਡੈਡ ਐਂਡ ਵੱਲ ਜਾ ਰਿਹਾ ਹੈ ਜੀਵਨ। ਜਿਵੇਂ ਕਿ ਕੋਈ ਬਹੁਤ ਹੀ ਮਹਿੰਗੀ ਕਾਰ ਦੇ ਵਿੱਚ ਸਫ਼ਰ ਕਰਦਾ ਹੋਏ, ਪਰ ਉਹ ਖਾਈ ਦੇ ਵਿੱਚ ਜਾ ਰਹੀ ਹੈ। ਬਹੁਤ ਪੈਸਾ ਕਮਾ ਲਿਆ, ਸ਼ੋਹਰਤ ਕਮਾ ਲਈ, ਨਾਮ ਕਮਾ ਲਿਆ, ਪਰ ਉਹ ਜਾ ਕਿਧਰੇ ਨਹੀਂ ਰਿਹਾ। ਉਹ ਵਿਚਾਰਾ ਹੀ ਰਹੇਗਾ। ਦਰਅਸਲ ਉਹ ਇੱਕ ਟੈਂਪਰਰੀ ਐਕਸਪੀਰੀਅੰਸ ਖੁੱਲ ਰਿਹਾ ਹੈ, ਔਰ ਉਹ ਸੁੱਖ ਔਰ ਦੁੱਖ ਦੇ ਮਿਲਣ ਦੇ ਵਿੱਚ ਚੱਲੇਗਾ। ਇੱਕ ਮਿੰਟ ਵਿਚਾਰੀਏ, ਇਸ ਤਰ੍ਹਾਂ ਕਿਉਂ ਹੈ? ਜਪਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਗੂੜੀ ਗੱਲ ਸਮਝਾਈ ਹੈ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਜਿਸ ਨੂੰ ਅਸੀਂ ਹੁਕਮ ਕਹਿੰਦੇ ਹਾਂ, ਉਹਦਾ ਇੱਕ ਪਾਰਟ ਹੁਕਮ ਦਾ ਮੇਰੇ ਉਸ ਮਨ ਤੇ ਵੀ ਹਾਜ਼ਰ ਹੈ, ਜਿਸ ਮਨ ਨੂੰ ਮੈਂ ਕਹਿ ਕੇ ਜੀਂਦਾ ਹਾਂ। ਇਹ ਮੇਰਾ ਹੈ, ਮੈਂ ਹਾਂ। ਉਸ ਮੈਂ ਦੇ ਵਿੱਚ ਗਵਰਨੈਂਸ ਹੈ ਕਰਮ ਦੀ। ਆਪਣੇ ਹੀ ਬੀਜ ਹਨ, ਆਪੇ ਹੀ ਖਾਣੇ ਪੈਣਗੇ। ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ। ਜੋ ਜੋ ਮੈਂ ਕਰਦਾ ਹਾਂ ਉਹਦੇ ਨਾਲ ਮੇਰੇ ਮਨ ਦੇ ਵਿੱਚ ਲਿਖਿਆ ਜਾ ਰਿਹਾ ਹੈ। ਉਹਦਾ ਸੈਡੀਮੈਂਟ ਮੇਰੇ ਮਨ ਦੇ ਵਿੱਚ ਹੈ, ਔਰ ਉਸ ਕਰਕੇ ਮੇਰੇ ਮਨ ਦਾ ਐਟੀਟਿਊਡ, ਇਨਸਿਕਿਉਰਿਟੀ, ਫੀਅਰ, ਉਹ ਸਭ ਬਣ ਜਾਂਦਾ ਹੈ। ਇਹ ਮੇਰੀ ਡੈਸਟਨੀ ਹੈ, ਮੈਂ ਆਪ ਬਣਾ ਰਿਹਾ ਹਾਂ। ਦੂਸਰੀ ਤਰਫ ਗੁਰੂ ਕਹਿ ਰਿਹਾ ਹੈ, ਮੇਰੇ ਨਾ ਕਰਨ ਤੋਂ ਨਿਰੰਕਾਰ ਇੱਕ ਗੁਰਪ੍ਰਸਾਦ ਬਖਸ਼ਦਾ ਹੈ, ਜਿਹੜਾ ਸੁਭਾਗਾ ਜੀਵਨ ਹੈ, ਸੈਲੀਬ੍ਰੇਟਡ ਲਾਈਫ ਸੋ ਟੂ ਸੇ, ਜਿਸ ਨੇ ਜੀਵਨ ਨੂੰ ਜਾਣ ਲਿਆ। ਇੱਥੇ ਜੋ ਕੁਝ ਵਰਤ ਰਿਹਾ ਹੈ, ਸੁੱਖ ਔਰ ਦੁੱਖ, ਚੰਗਾ ਮਾੜਾ, ਉੱਚਾ ਨੀਵਾਂ,
ਜੋ ਕੁਝ ਵੀ ਵਰਤ ਰਿਹਾ ਹੈ ਉਹ ਇੱਥੇ ਦਾ ਹੀ ਐਕਸਪੀਰੀਅੰਸ ਹੈ। ਉਹਦੀ ਰਿਫਲੈਕਸ਼ਨ ਮੇਰੇ ਮਨ ਦੇ ਵਿੱਚ ਜਾਏਗੀ, ਪਰ ਉਹਦਾ ਆਈਡੈਂਟੀਟੀ ਨਹੀਂ ਜਾਏਗੀ। ਆਈਡੈਂਟੀਟੀ ਤਾਂ ਸਮਾ ਜਾਏਗੀ, ਇੱਥੇ ਹੀ ਮੁੱਕ ਜਾਏਗੀ ਮਨ ਨਾਲ। ਜਿਹੜਾ ਇਹ ਮਨ ਹੈ ਤਿਆਗਿਆ ਜਾਏਗਾ ਔਰ ਉਹ ਮਨ ਸਮਾ ਜਾਏਗਾ ਆਪਣੇ ਬੈਗੇਜ ਦੇ ਨਾਲ। ਜੋ ਉਹਦੇ ਵਿੱਚ ਪੋਟੈਂਸ਼ੀਅਲ ਸੀ ਉਹ ਅਨਐਕਸਪਲੋਰਡ ਰਹਿ ਗਿਆ ਹੈ। ਸੁੰਝੇ ਅੰਦਰ ਖੇਤ, ਖੇਤ ਦੇ ਅੰਦਰ ਸੁੰਝੇ ਪੈ ਗਏ ਜਿਵੇਂ। ਫਲੀਏ ਫੁਲੀਏ ਬੱਪੜੇ ਭੀ ਤਨ ਵਿੱਚ ਸਵਾ। ਤਨ ਦੇ ਨਾਲ ਹੀ ਉਹ ਆਈਡੈਂਟਿਟੀ ਖਤਮ ਹੋ ਗਈ। ਸਰੀਰ ਗਿਆ, ਮੈਂ ਗਿਆ। ਹੁਣ ਅੱਗੇ ਜੋ ਗਿਆ ਉਹਨੂੰ ਪਤਾ ਹੀ ਨਹੀਂ ਹੈ ਪਿੱਛੇ ਕੀ ਹੈ, ਬਟ ਉਹਦੇ ਮਨ ਦੇ ਵਿੱਚ, ਉਸ ਮਨ ਦੇ ਬੀਜ ਵਿੱਚ ਪਏ ਹਨ ਜਿਹੜੇ ਪਨਪਣਗੇ ਸਮੇਂ ਨਾਲ, ਮਾੜੇ ਚੰਗੇ। ਗੁਰੂ ਕਹਿੰਦਾ ਹੈ ਇਸ ਮਨ ਦੇ ਐਕਸਪੀਰੀਅੰਸ ਤੋਂ ਪਰੇ ਇੱਕ ਨਿਰੰਕਾਰ ਦੀ ਕਿਰਪਾ ਬਖਸ਼ ਬਹਿ ਰਹੀ ਹੈ, ਇੱਕ ਨਦਰ ਦਾ ਦਰਿਆ ਬਹਿ ਰਿਹਾ ਹੈ। ਉਹ ਹੁਕਮ ਦਾ ਹੈ, ਉੱਥੇ ਆਨੰਦ ਹੈ ਔਰ ਉਹ ਮੇਰੇ ਮਨ ਦੀ ਡੂੰਘਿਆਈ ਵਿੱਚ ਹਾਜ਼ਰ ਹੈ। ਘੱਟ ਹੀ ਖੋਜੋ ਪਾਈ। ਗੁਰੂ ਕਹਿੰਦਾ ਇਹਨੂੰ ਖੋਜੋ। ਇਸ ਖੋਜਣ ਦੇ ਵਿੱਚ ਸਮਾਂ ਦੇਣਾ, ਇਹ ਮੇਰਾ ਕਰਨਾ ਹੈ ਇਸ ਜੀਵਨ ਦੇ ਵਿੱਚ। ਥੋੜ੍ਹੇ ਚਿਰ ਲਈ ਇਸ ਆਈਡੈਂਟਿਟੀ ਤੋਂ ਪਰੇ ਚਲੇ ਜਾਣਾ, ਜਿਵੇਂ ਅਸੀਂ ਹੁਣ ਕਰ ਰਹੇ ਹਾਂ। ਕੌਣ ਕੀ ਹੈ, ਇਹਦੀ ਕੀ ਰੈਲੇਵੈਂਸ ਹੈ। ਬਜ਼ੁਰਗਾਂ ਨਾਲ ਰਹੇ, ਉਹਨਾਂ ਦਾ ਐਕਸਪੀਰੀਅੰਸ ਹੁੰਦਾ ਸੀ ਕਿ ਸਵੇਰ ਦਾ ਨਿਤਨੇਮ 2 ਘੰਟੇ ਤੋਂ ਜ਼ਿਆਦਾ ਦਾ ਅਭਿਆਸ ਸੀ, ਹਨੇਰੇ ਵਿੱਚ ਸੀ। So no one knows who is coming and who is going. I can go within. And to go within is the most relevant aspect of life, which is the least followed. ਮਹਾਰਾਜ ਕਹਿੰਦੇ ਹਨ, ਪਾਵੇ ਤਾਂ ਸੋ ਜਨ ਦੇਹ ਜਿਸ ਨੂੰ ਤੁਸੀਂ ਦੇ ਦਿੱਤਾ ਨਿਰੰਕਾਰ ਬਾਬਾ ਜੀ, ਉਸਨੇ ਪਾ ਲਿਆ। ਬਾਕੀ ਤਾਂ ਵਿਚਾਰੇ ਹਨ। ਕਿਵੇਂ ਹਨ ਮਹਾਰਾਜ ਵਿਚਾਰੇ? ਇੱਕ ਭਰਮ ਭੂਲੇ ਫਿਰੇ ਦੋ ਦਿਸ, ਇੱਕ ਨਾਮ ਲਾਗ ਸਵਾਰਿਆ। ਇਹ 2 ਰਸਤੇ ਹਨ ਮਹਾਰਾਜ ਜੀਵਨ ਦੇ। ਇੱਕ ਤਾਂ ਭਰਮ ਵਿੱਚ ਭੁੱਲਿਆ ਹੀ ਘੁੰਮਦਾ ਜਾ ਰਿਹਾ ਹੈ, ਉਸ ਨੂੰ ਨਹੀਂ ਪਤਾ ਜੀਵਨ ਕੀ ਹੈ, ਮੈਂ ਕਿੱਧਰ ਜਾ ਰਿਹਾ ਹਾਂ, ਕਿੱਥੋਂ ਆ ਰਿਹਾ ਹਾਂ, ਮੇਰਾ ਸੱਤ ਕੀ ਹੈ। ਕੋਈ ਗਿਆਨ ਨਹੀਂ ਹੈ, ਦੁੱਖ ਦੀਆਂ ਚੋਟਾਂ ਖਾਂਦਾ ਹੈ, ਭਰਮ ਵਿੱਚ ਭੁੱਲਿਆ ਹੈ ਮਹਾਰਾਜ। ਬਾਬਾ ਸ਼ਬਦ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਅਗਰ ਵਿਆਖਿਆ ਦੇਖੀਏ ਤਾਂ ਮਹਾਰਾਜ ਕਹਿੰਦੇ ਹਨ, ਬਾਬਾ ਅਲੋਹ ਅਗਮ ਅਪਾਰ। ਬਾਬਾ ਅਲੋਹ ਅਗਮ ਅਪਾਰ ਨਿਰੰਕਾਰ ਦੀ ਗੱਲ ਹੈ। ਇਹ ਗੁਰੂ ਕਹਿ ਰਹੇ ਹਨ ਸਾਨੂੰ। ਔਰ ਇਹ ਭਰਮ ਕੀ ਹੈ ਹਜੂਰ? ਹਉਮੈ ਮੋਹ ਭਰਮ ਪੈ ਪਾਰ। ਇਹ ਮੈਂ ਹੀ ਭਰਮ ਦੀ ਫਾਊਂਡੇਸ਼ਨ ਹੈ, ਜਿਸ ਨੂੰ ਆਸਾ ਦੀ ਵਾਰ ਵਿੱਚ ਮਹਾਰਾਜ ਨੇ ਬਹੁਤ ਪਿਆਰ ਨਾਲ ਸਮਝਾਇਆ ਸੀ, ਦੱਸਿਆ ਸੀ ਸਾਨੂੰ ਕਿਵੇਂ ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹੀ ਬੰਧਨਾ ਫਿਰ ਜੋ ਨਹੀਂ ਪਾਏ। ਇਹ ਬੰਧਨ ਦਾ ਰਾਹ ਹੈ। ਇਹਦੇ ਨਾਲ ਹੀ ਮੈਂ ਭ੍ਰਮਣ ਵਿੱਚ ਚੱਲ ਰਿਹਾ ਹਾਂ, ਮੂਵਮੈਂਟ ਵਿੱਚ ਚੱਲ ਰਿਹਾ ਹਾਂ। ਹਉਮੈ ਕਿੱਥੋਂ ਉਪਜੇ, ਕਿਤ ਸੰਜਮ ਹੈ ਜਾਏ। ਇਹ ਕਿੱਥੋਂ ਆਉਂਦੀ ਹੈ ਮਹਾਰਾਜ ਹਉਮੈ? ਜਦੋਂ ਮੈਂ ਜਨਮ ਲੈਂਦਾ ਹਾਂ, ਸਰੀਰ ਮਿਲਦਾ ਹੈ, ਹਉਮੈ ਨੂੰ ਐਕਸਪ੍ਰੈਸ਼ਨ ਮਿਲ ਜਾਂਦਾ ਹੈ। ਗੁਰੂ ਕਹਿੰਦਾ ਹੈ, ਹਉਮੈ ਇਹੋ ਹੁਕਮ ਹੈ, ਪਈਏ ਕਿਰਤ ਫਿਰਾਏ। ਇਹ ਉਹਦਾ ਹੁਕਮ ਹੈ। ਇਹਦੇ ਨਾਲ ਅਸੀਂ ਜੀਵਨ ਨੂੰ ਐਕਸਪੀਰੀਅੰਸ ਕਰ ਰਹੇ ਹਾਂ। ਮੈਂ ਕੀ ਹਾਂ ਜਾਣ ਰਹੇ ਹਾਂ। ਪਰ ਇਹ ਰੋਗ ਵੀ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਬੇਸ ਮਾਹੇ। ਕਿਰਪਾ ਕਰੇ ਜੇ ਆਪਣੀ
ਤਾਂ ਗੁਰ ਕਾ ਸ਼ਬਦ ਕਮਾਏ। ਇਸ ਹਉਮੈ ਨੂੰ ਸ਼ਬਦ ਨਾਲ ਜਲਾਣਾ ਹੈ। ਉਹੀ ਗੱਲ ਹੈ ਮਹਾਰਾਜ, ਘੱਟ ਹੀ ਖੋਜੋ ਪਾਈ, ਸ਼ਬਦ ਦਾ ਅੰਤਰ ਕਮਾਇਆ ਜਾਏਗਾ। ਗੁਰੂ ਨੇ ਇਹ ਸਾਨੂੰ ਬਾਰ-ਬਾਰ ਦੱਸਿਆ ਹੈ ਕਿ ਜਿਹੜਾ ਜੀਵਨ ਹੈ ਹਉਮੈ ਕਰਕੇ ਹੈ, ਪਰ ਹਉਮੈ ਔਰ ਮੈਂ ਇੱਕ ਟੈਂਪਰੇਰੀ ਐਕਸਪੀਰੀਅੰਸ ਹੈ, ਟ੍ਰਾਂਜ਼ੀਐਂਟ ਐਕਸਪੀਰੀਅੰਸ ਹੈ, ਔਰ ਇਹਦੇ ਵਿੱਚ ਮੈਂ ਸੱਤ ਨੂੰ ਨਹੀਂ ਜਾਣਦਾ। ਹਉਮੈ ਬੂਝੇ ਤਾਂ ਦਰ ਸੂਝੇ, ਗਿਆਨ ਵਿਹੂਣਾ ਕਥ ਕਥ ਲੂਝੇ। ਗਿਆਨ ਦੇ ਬਿਨਾਂ ਮੈਂ ਭ੍ਰਮਣ ਵਿੱਚ ਵੀ ਰਹਿੰਦਾ ਹਾਂ। ਫਿਰ ਗੁਰੂ ਨੇ ਸਮਝਾਇਆ ਸਿੱਧ ਗੋਸ਼ਟ ਵਿੱਚ ਵੀ, ਕਿਆ ਭਵੀਏ ਸਤ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਇਸ ਤੋਂ ਆਜ਼ਾਦ ਕਿਵੇਂ ਹੋਵਾਂਗਾ ਇਸ ਹਉਮੈ ਤੋਂ? ਇਹ ਹਉਮੈ ਵਿੱਚ ਐਨਰਜੀ ਮੈਂ ਹੀ ਕਮਿਟ ਕੀਤੀ ਹੈ, ਮੈਂ ਇਹਨੂੰ ਪੱਕਾ ਕੀਤਾ ਹੈ। ਹਾਰ ਜਿੱਤ ਦੀ ਖੇਡਾਂ ਖੇਡੀਆਂ ਹਨ ਕਿ ਮੈਂ ਜਿੱਤਾਂਗਾ, ਮੈਂ ਹਾਂ। ਕਦੇ ਜਿੱਤਦਾ ਹਾਂ, ਕਦੇ ਹਾਰਦਾ ਹਾਂ। ਇਹ ਸਭ ਐਕਸਪੀਰੀਅੰਸ ਹਉਮੈ ਦੇ ਅੰਦਰ ਹੀ ਹੈ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੂਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖਟਿਆ, ਹਉ ਵਿੱਚ ਗਿਆ, ਹਉ ਵਿੱਚ ਸੱਚਿਆਰ ਕੁੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਨਰਕ ਸੁਰਗ ਅਵਤਾਰ, ਹਉ ਵਿੱਚ ਹੱਸੇ, ਹਉ ਵਿੱਚ ਰੋਵੇ, ਹਉ ਵਿੱਚ ਭਰੀਏ, ਹਉ ਵਿੱਚ ਧੋਵੇ। ਸਾਰਾ ਜੀਵਨ ਹੀ ਮੈਂ ਹਉਮੈ ਵਿੱਚ ਜਾਣਦਾ ਹਾਂ। ਜਿਸ ਦਿਨ ਹਉਮੈ ਗਿਰਦੀ ਹੈ, ਉਸ ਦਿਨ ਕੀ ਹੁੰਦਾ ਹੈ? ਉਸ ਦਿਨ ਹੁਕਮ ਦਾ ਗਿਆਨ ਹੋ ਜਾਂਦਾ ਹੈ। ਇਹ ਜਾਣ ਲੈਂਦਾ ਹਾਂ ਕਿ ਜੀਵਨ ਅਸਲ ਵਿੱਚ ਹਉਮੈ ਦੇ ਬਿਨਾਂ ਕੀ ਹੈ, ਔਰ ਇਹ ਭਰਮ ਟੁੱਟ ਜਾਂਦਾ ਹੈ ਜਿਸ ਭਰਮ ਦੇ ਵਿੱਚ ਮੈਂ ਜੀ ਰਿਹਾ ਹਾਂ। ਇਹਦੇ ਬਿਯੋਂਡ ਇੱਕ ਜੀਵਨ ਨੂੰ ਜਾਣ ਲੈਂਦਾ ਹਾਂ ਜਿਹੜਾ ਮੋਰ ਸਟੇਬਲ ਹੈ, ਮੋਰ ਅਲਾਈਵ ਹੈ, ਮੋਰ ਐਨਰਜਾਈਜ਼ਡ ਹੈ, ਮੋਰ ਪਰਮਾਨੈਂਟ ਹੈ। ਸ਼ਬਦ ਮਰੇ ਭਗਤ ਪਾਏ ਜਨ ਸੋਈ। ਸਿਲੈਕਟਡ ਜਨ ਕਿਹੜਾ ਹੈ? ਜਿਸ ਨੂੰ ਇਹ ਦਰਵਾਜ਼ਾ ਖੁੱਲ੍ਹੇਗਾ, ਜਿਹੜਾ ਸ਼ਬਦ ਦੀ ਸਾਂਝ ਵਿੱਚ ਜੀ ਰਿਹਾ ਹੈ। ਸ਼ਬਦ ਮਰੇ, ਸ਼ਬਦ ਦੇ ਵਿੱਚ ਮਨ ਨੂੰ ਮਾਰ ਦਿੰਦਾ ਹੈ, ਹਉਮੈ ਨੂੰ ਮਾਰ ਦਿੰਦਾ ਹੈ। ਭਗਤ ਪਾਏ ਜਨ ਸੋਈ। ਜਨ ਉਹੀ ਹੈ ਜੋ ਭਗਤੀ ਵਿੱਚ ਹੈ, ਜਿਸ ਨੇ ਘੱਟ ਹੀ ਖੋਜੋ ਭਾਈ ਨੂੰ ਅਪਣਾ ਲਿਆ ਹੈ। ਬਾਹਰ ਦਾ ਜੀਵਨ ਜੀਂਦੇ ਹੋਏ ਅੰਤਰ ਦਾ ਇੱਕ ਦਰਵਾਜ਼ਾ ਖਟਖਟਾਇਆ ਹੈ, ਪੁਕਾਰ ਕੀਤੀ ਹੈ। ਗੁਰੂ ਕਹਿੰਦਾ ਹੈ ਉਹਨੂੰ ਐਕਸਪੀਰੀਅੰਸ ਖੁੱਲ੍ਹਦਾ ਹੈ। ਕਿਸ ਕਾਰਨ ਕਰਕੇ ਖੁੱਲ੍ਹਦਾ ਹੈ, ਇਹ ਵੀ ਗੁਰੂ ਸਮਝਾਉਂਦੇ ਹਨ। ਮਹਾਰਾਜ ਕਹਿੰਦੇ ਨੇ ਇੱਕ ਭਰਮ ਭੁੱਲੇ ਫਿਰੇ ਦੋ ਦਿਸ। 10 ਡਾਇਰੈਕਸ਼ਨਸ ਵਿੱਚ ਇੱਕ ਫਿਰਦਾ ਹੈ, ਇੱਕ ਨਾਮ ਲਾਗ ਸਵਾਰਿਆ, ਔਰ ਇੱਕ ਨੇ ਨਾਮ ਵਿੱਚ ਆਪਣੇ ਮਨ ਨੂੰ ਜੋੜ ਲਿਆ, ਆਪਣਾ ਆਪ ਸਵਾਰ ਲਿਆ। 10 ਡਾਇਰੈਕਸ਼ਨਸ ਬਾਹਰ ਦੀਆਂ ਹਨ, 11ਵੀਂ ਅੰਦਰ ਦੀ ਹੈ। ਸੂਫੀ ਕਹਿੰਦੇ ਨੇ 11th ਡਾਇਰੈਕਸ਼ਨ, ਜਿਸ ਨੂੰ ਮਹਾਰਾਜ ਕਹਿੰਦੇ ਨੇ ਘੱਟ ਹੀ ਖੋਜੋ ਪਾਈ। ਗੁਰ ਪ੍ਰਸਾਦੀ ਮਨ ਪਿਆ ਨਿਰਮਲ। ਹੁਣ ਇਹ ਗੁਰੂ ਦੇ ਪ੍ਰਸਾਦ ਨਾਲ ਮਨ ਨਿਰਮਲ ਹੋਏਗਾ। ਜੋ ਮੈਂ ਕਹਿੰਦਾ ਹਾਂ, ਮੈਂ ਆਪਣੇ ਮਨ ਨੂੰ ਆਪ ਨਿਰਮਲ ਕਰ ਲਵਾਂਗਾ। ਲੇਖਾ ਕਤਹੂ ਨਾ ਛੁਟੀਏ, ਹਮ ਖਿਨ ਖਿਨ ਭੂਲਨਹਾਰ। ਬਖਸ਼ਣਹਾਰਾ ਬਖਸ਼ ਦੇ, ਨਾਨਕ ਪਾਰ ਉਤਾਰ। ਕੰਠ ਲਾਏ ਅਵਗੁਣ ਸਭ ਮੇਟੇ, ਦਇਆਲ ਪੁਰਖ ਬਖਸ਼ੰਦ। ਗੁਰੂ ਆਪਣੀ ਬਖਸ਼ਿਸ਼ ਨਾਲ ਸਾਡੇ ਮਨ ਨੂੰ ਨਿਰਮਲ ਕਰਦਾ ਹੈ, ਔਰ ਤਾਂ ਹੀ ਕਰਦਾ ਹੈ ਜਦੋਂ ਜਿਨ੍ਹਾਂ ਭਾਣਾ ਭਾਵੇ, ਜਿਨ੍ਹਾਂ ਨੇ ਉਹਦਾ ਭਾਣਾ ਜਾਣ ਲਿਆ, ਉਹਦੇ ਹੁਕਮ ਨੂੰ ਜਾਣ ਲਿਆ, ਜਿਹੜੇ ਹਉਮੈ ਤੋਂ ਪਰੇ ਚਲੇ ਗਏ, ਸ਼ਬਦ ਨਾਲ ਮਨ ਜੋੜ ਲਿਆ। ਕਿਉਂਕਿ ਹਉਮੈ ਸ਼ਬਦ ਜਲਾਏ, ਹਉਮੈ ਮੋਹ ਸ਼ਬਦ ਜਲਾਏ। ਇਹ ਸ਼ਬਦ ਹੀ ਇਸ ਮਨ ਨੂੰ ਸਵਾਰਦਾ ਹੈ, ਮਨ ਨੂੰ ਨਿਰਮਲ ਕਰਦਾ ਹੈ, ਇਸ ਐਕਸਪੀਰੀਅੰਸ ਲਈ ਸਾਨੂੰ ਤਿਆਰ ਕਰਦਾ ਹੈ, ਜਿਸ ਨੂੰ ਗੁਰੂ ਕਹਿੰਦਾ ਹੈ ਬਾਬਾ ਜਿਸ ਤੂੰ ਦੇ
सोई जन पावे। एक दिन बैठा है कोई और ਉਹਦੇ रोम रोम आनंदित हो गया है। ਉਹਨੂੰ ਕਾਰਨ ਹੀ ਸਮਝ ਨਹੀਂ ਆ ਰਿਹਾ, ਪਰ ਉਹਨੂੰ ਇੱਕ ਆਨੰਦ ਦੀ ਦਰਿਆ ਦੇ ਵਿੱਚ, ਇੱਕ ਨਦੀ ਦੇ ਵਿੱਚ ਡੂੰਘਾ ਉਤਰ ਗਿਆ ਹੈ, ਜਿੱਥੇ ਪੂਰਾ ਸਰੀਰ ਔਰ ਮਨ ਆਨੰਦ ਦੇ ਵਿੱਚ, ਸੈਲੀਬ੍ਰੇਸ਼ਨ ਦੇ ਵਿੱਚ ਉਤਰ ਗਿਆ ਹੈ। ਕੋਈ ਖਟਕਾ ਨਹੀਂ ਹੋਇਆ, ਕੋਈ ਆਵਾਜ਼ ਨਹੀਂ ਆਈ ਹੈ। ਗੁਰ ਪ੍ਰਸਾਦੀ ਮਨ ਪਿਆ ਨਿਰਮਲ, ਜਿਨ੍ਹਾਂ ਭਾਣਾ ਭਾਵੇ। ਜਿਨ੍ਹਾਂ ਨੇ ਉਹਦਾ ਭਾਣਾ ਜਾਣ ਲਿਆ, ਆਪਣੇ ਤੋਂ ਪਰੇ ਇੱਕ ਜੀਵਨ ਜਾਣ ਲਿਆ। ਮੈਂ ਤੋਂ ਪਾਰ ਇੱਕ ਜੀਵਨ ਹੈ ਮਹਾਰਾਜ, ਜਿੱਥੇ ਸਦਾ ਵਿਗਾਸ ਹੈ, ਜਿੱਥੇ ਕੋਈ ਕਾਰਨ ਨਹੀਂ ਹੈ ਖੁਸ਼ੀ ਦਾ, ਜਿੱਥੇ ਕੋਈ ਇਹੋ ਜਿਹੀ ਖੁਸ਼ੀ ਨਹੀਂ ਹੈ ਜਿਹੜੀ ਦੁੱਖ ਵਿੱਚ ਬਦਲ ਜਾਏਗੀ, ਜਿੱਥੇ ਜੀਵਨ ਦੀ ਪਰਮਾਨੈਂਸ ਔਰ ਸਹਿਜ ਹੈ। ਐਸੇ ਨੂੰ ਅਸੀਂ ਲੱਭਣਾ ਹੈ। ਗੁਰੂ ਇਹਨੂੰ ਬਖਸ਼ਿਸ਼ ਕਰਕੇ ਸਾਨੂੰ ਦਿੰਦਾ ਹੈ। ਕਹੇ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੇ। ਗੁਰੂ ਅਮਰਦਾਸ ਆਪਣੇ ਸਿਗਨੇਚਰ ਮੈਥਡ ਨਾਲ ਉਸ ਨੂੰ ਰਿਪੀਟ ਕਰਦੇ ਹਨ, ਜੋ ਬਹੁਤ ਰੈਲੇਵੈਂਟ ਹੈ। ਉਹਦਾ ਜਨ ਬਣਨਾ ਹੈ। ਜਨ ਕੌਣ ਬਣੇਗਾ? ਜਿਹੜਾ ਸ਼ਬਦ ਨਾਲ ਜੁੜੇਗਾ। ਜਿਹੜਾ ਸ਼ਬਦ ਨਾਲ ਜੁੜ ਜਾਏਗਾ, ਉਹਨੂੰ ਗੁਰਪ੍ਰਸਾਦ ਦੀ ਬਖਸ਼ਿਸ਼ ਹੋਣਗੀ। ਘੜੀਏ ਸ਼ਬਦ ਸੱਚੀ ਟਕਸਾਲ। ਗੁਰੂ ਕੋਲ ਕਿਉਂ ਜਾਂਦਾ ਹੈ ਕੋਈ? ਉਹ ਜੀਵਨ ਦੀ ਇੰਪਰਮਨੈਂਸ ਤੋਂ ਪਰੇਸ਼ਾਨ ਹੈ ਔਰ ਜੀਵਨ ਦੇ ਡੈਡ ਐਂਡਸ ਤੋਂ ਅਵੇਅਰ ਹੋ ਗਿਆ ਹੈ। ਉਸਨੇ ਪੇਨ ਨੂੰ ਡਿਨਾਈ ਨਹੀਂ ਕੀਤਾ ਹੈ, ਅਵੋਇਡ ਨਹੀਂ ਕੀਤਾ ਹੈ। ਉਸ ਪੇਨ ਨੇ ਸਿਖਾ ਦਿੱਤਾ ਉਸਨੂੰ। ਦੁੱਖ ਇੱਕ ਦਾਰੂ ਬਣ ਗਿਆ ਹੈ। ਉਹ ਹੁਣ ਲੱਭਣ ਨਿਕਲ ਗਿਆ, ਸਿੱਖ ਬਣ ਗਿਆ ਹੈ। ਜਿਹੜਾ ਟੁਰ ਗਿਆ, ਹੁਣ ਕੌਣ ਹੈ, ਕਿੱਥੇ ਹੈ, ਕਿਹਦੇ ਕੋਲ ਜਵਾਬ ਹਨ? ਇਹ ਜੀਵਨ ਦਾ ਸੱਤ ਹੈ ਕਿ ਕਿਹੜਾ ਰਾਹ ਹੈ? ਇਹ ਮਨ ਦੇ ਬੈਗੇਜ ਤੋਂ ਮੈਂ ਪੀਸ ਵਿੱਚ ਨਹੀਂ ਹਾਂ। ਮੈਨੂੰ ਕੀ ਚਾਹੀਦਾ ਹੈ? ਪਹਿਲਾਂ ਪੀਸ ਆਫ ਮਾਈਂਡ ਚਾਹੀਦੀ ਹੈ, ਇਕਾਗਰਤਾ ਚਾਹੀਦੀ ਹੈ, ਸੁਰਤ ਦਾ ਗਿਆਨ ਚਾਹੀਦਾ ਹੈ, ਔਰ ਫਿਰ ਸ਼ਬਦ ਨਾਲ ਜੋੜਨਾ ਹੈ ਉਸਨੂੰ। ਗੁਰੂ ਨੇ ਇਹ ਸਮਝਾਇਆ ਬਾਰ-ਬਾਰ ਕਿ ਜੀਵਨ ਦਾ ਤਤ ਗਿਆਨ ਮਨ ਦੇ ਅੰਦਰ ਹੈ, ਬਾਹਰ ਨਹੀਂ ਹੈ। सब कुछ घर में, बाहर नहीं। और गुरु ने जो अंतर जाके जानिया है, उसे दी गल चला रहे हैं। जैसी में आवे खसम की बाणी, तैसड़ा करी ज्ञान वे ला लो। यह सारा एक्सपीरियंस जीवन का बाणी के जरिए सानू हाजिर हो रहा है। जगीए कि ना जगीए, यह चॉइस मेरी है और रेपरकशंस भी मैं ही देने हैं। जब तक मेरा मैं रहेगा, मन दे विच आनंद नहीं खुलेगा। हौमे दीर्घ रोग है, पर ਇਹਦੇ ਵਿੱਚ दारू भी है। दारू भी इस मां है। की दारू हुई महाराज? रोग तो परे जाके दारू मिल जाती है। इस हौमे नूं घेरना है, महाराज कहते हैं। शब्द दे नाल कदे गा के देखिए शब्द नूं, की हुंदा है मन विच। प्रेम नाल गुरु नूं पुकार के की हुंदा है? गुरु ने कहा प्रेम नाल पुकारो, मिलेगा। जिन प्रेम कियो तिन ही प्रभ पायो। अगर कोई गारंटी दी सील है जीवन दे विच, ਤਾਂ ਉਹ ਨਿਰੰਕਾਰ ਦੇ ਨਾਲ ਪ੍ਰੇਮ ਦੀ ਹੈ। ਅਗਰ ਕੋਈ ਕਹੇ ਮੈਂ ਪ੍ਰੇਮ ਕਰਦਾ ਹਾਂ, ਤਾਂ ਸਾਰੀ ਗੱਲ ਉੱਥੇ ਖਤਮ ਹੋ ਜਾਂਦੀ ਹੈ। ਅੱਗੇ ਕੁਝ ਬਚਦਾ ਨਹੀਂ ਹੈ। ਜਿੱਥੇ ਪ੍ਰੇਮੀ ਮਿਲ ਜਾਂਦਾ ਹੈ, ਉਹ ਆਪਣਾ ਸਭ ਕੁਝ ਤਿਆਗ ਦਿੰਦਾ ਹੈ।
ਔਰ ਤਿਆਗਣ ਵਿੱਚ ਹੁਕਮ ਨੂੰ ਜਾਣ ਲੈਂਦਾ ਹੈ। ਜਿਵੇਂ ਜਪਜੀ ਸਾਹਿਬ ਵਿੱਚ ਹਜ਼ੂਰ ਨੇ ਸਮਝਾਇਆ ਸਾਨੂੰ, ਤਾਂ ਹਉਮੈ ਕਹੇ ਨਾ ਕੋਏ, ਨਾਨਕ ਹੁਕਮੀ ਜੇ ਬੁਝੇ। ਜਦੋਂ ਹੁਕਮ ਨੂੰ ਬੁੱਝ ਲਿਆ, ਗਿਆਨ ਹੋ ਗਿਆ, ਤਾਂ ਹਉਮੈ ਕਹੇ ਨਾ ਕੋਏ, ਤਾਂ ਉਹਨੇ ਜਾਣ ਲਿਆ ਮੈਂ ਨਹੀਂ ਹਾਂ, ਮੈਂ ਤਾਂ ਇੱਕ ਟੈਂਪਰੇਰੀ ਜੀਵਨ ਹਾਂ। ਇਹ ਬਹੁਤ ਬੜੀ ਰੈਵਲੇਸ਼ਨ ਹੈ, ਇਹਨੂੰ ਅਸੀਂ ਜੀ ਨਹੀਂ ਪਾਵਾਂਗੇ। ਔਰ ਅਗਰ ਇਹ ਐਕਸਪੀਰੀਅੰਸ ਸਾਨੂੰ ਕੋਈ ਰਿਵੀਲ ਕਰ ਦੇ ਤਾਂ ਮੈਂ ਉਸ ਸਟੇਟ ਆਫ ਮਾਈਂਡ ਨੂੰ ਸੰਭਾਲ ਨਹੀਂ ਪਾਵਾਂਗਾ, ਕਿਉਂਕਿ ਮਨ ਨਿਰਮਲ ਨਹੀਂ ਹੈ। ਮਨ ਹਉਮੈ ਨਾਲ ਭਰਿਆ ਔਰ ਉਹਦੇ ਨਾਲ ਅਟੈਚਮੈਂਟਸ ਹਨ। ਮੈਂ ਉਹਦੇ ਯੂਜ਼ ਟੂ ਹਾਂ, ਉਸ ਐਨਵਾਇਰਮੈਂਟ ਵਿੱਚ ਜਿੰਦਾ ਹਾਂ। ਜਿਵੇਂ ਨਦੀ 'ਚੋਂ ਇੱਕ ਮੱਛੀ ਨੂੰ ਕੱਢ ਕੇ ਹਵਾ ਵਿੱਚ ਰੱਖ ਦਈਏ, ਇਸ ਤਰ੍ਹਾਂ ਮੇਰੀ ਮਨ ਦੀ ਅਵਸਥਾ ਹੈ। ਮੈਂ ਇਸ ਮਨ ਦੇ ਆਦੀ ਹਾਂ ਜਿਹੜਾ ਪੇਨ ਔਰ ਪਲੇਜ਼ਰ, ਸੋਰੋ ਔਰ ਜੋਏ ਦੇ ਵਿੱਚ ਹੀ ਖੇਡਦਾ ਰਹਿੰਦਾ ਹੈ। ਇੱਕ ਭਰਮ ਭੁੱਲੇ ਫਿਰੇ ਦਹਿ-ਦਿਸ, ਮੈਨੂੰ ਤਾਂ ਇਸੇ ਦੀ ਆਦਤ ਹੈ। ਤਾਂ ਅਗਰ ਮੈਨੂੰ ਉਹ ਮਨ ਦੀ ਸਟੇਟ ਰਿਵੀਲ ਹੋ ਜਾਏ ਜਿੱਥੇ ਮੈਂ ਨਹੀਂ ਹਾਂ, ਜਿੱਥੇ ਹਉਮੈ ਨੂੰ ਜਾਣ ਲੈਂਦੇ ਹਾਂ, ਨਾਨਕ ਹੁਕਮੀ ਜੇ ਬੁਝੇ, ਹੁਕਮ ਦੇ ਵਿੱਚ ਜੀ ਲੈਂਦੇ ਹਾਂ, ਤਾਂ ਹਉਮੈ ਕਹੇ ਨਾ ਕੋਏ। ਪਰ ਮੈਨੂੰ ਤਾਂ ਉਸ ਸਮੁੰਦਰ ਹਉਮੈ ਵਾਲੀ ਨਦੀ ਦੀ ਆਦਤ ਪਈ ਹੋਈ ਹੈ, ਉਸ ਖੂਹ ਦੀ ਆਦਤ ਹੈ, ਮੈਂ ਉਸ ਨੂੰ ਛੱਡ ਨਹੀਂ ਸਕਦਾ ਹਾਂ। ਤਾਂ ਗੁਰੂ ਕਹਿੰਦਾ ਹੈ, ਗੁਰ ਪ੍ਰਸਾਦੀ ਮਨ ਭਇਆ ਨਿਰਮਲ। ਮਨ ਨਿਰਮਲ ਹੋਏਗਾ ਗੁਰੂ ਦੇ ਪ੍ਰਸਾਦ ਨਾਲ, ਗੁਰੂ ਦੇ ਪ੍ਰੇਮ ਨਾਲ, ਗੁਰੂ ਦੀ ਕਿਰਪਾ ਨਾਲ। ਉਸ ਐਨਵਾਇਰਮੈਂਟ ਦੇ ਮੈਂ ਆਦੀ ਹੋ ਜਾਵਾਂਗਾ, ਮਨ ਨੂੰ ਸਵਾਰ ਲਵਾਂਗਾ, ਜੀਵਨ ਨੂੰ ਸਵਾਰ ਲਵਾਂਗਾ। ਹੋਰ ਕਿਆ ਕਰੇ ਵਿਚਾਰਿਆ, ਬਾਕੀਆਂ ਨੂੰ ਕੀ ਕਰਨਾ ਹੈ। ਇੱਕ ਨਾਮ ਲਾਗ ਸਵਾਰਿਆ, ਨਾਮ ਦੇ ਵਿੱਚ ਜੀਵਨ ਸਵਾਰਿਆ ਗਿਆ। ਇਹ ਨਾਮ ਪ੍ਰੇਮ ਦੀ ਨਿਸ਼ਾਨੀ ਹੈ। ਐਸੇ ਦੇ ਵਿੱਚ ਮੈਂ ਘੱਟ ਹੀ ਖੋਜੋ ਪਾਈ ਨੂੰ ਕਮਾ ਲੈਂਦਾ ਹਾਂ। ਤਾਂ ਹੀ ਗੁਰਪ੍ਰਸਾਦ ਬਖਸ਼ਦਾ ਹੈ। ਉਹ ਗੁਰੂ ਦਾ ਪ੍ਰੇਮ ਆਉਂਦਾ ਹੈ ਤਾਂ ਮਨ ਨਿਰਮਲ ਹੋ ਜਾਂਦਾ ਹੈ। ਗੁਰਪ੍ਰਸਾਦੀ ਮਨ ਭਇਆ ਨਿਰਮਲ। ਜਿੱਥੇ ਮੈਂ ਨਹੀਂ ਹਾਂ ਉੱਥੇ ਨਿਰਮਲ ਹੋ ਗਿਆ ਹੈ ਮਨ। ਪਰ ਮੈਂ ਉਸ ਐਨਵਾਇਰਮੈਂਟ ਦੇ ਆਦੀ ਨਹੀਂ ਹਾਂ। ਗੁਰੂ ਦੇ ਪ੍ਰੇਮ ਨਾਲ ਉਹ ਐਕਸਪੀਰੀਅੰਸ ਖੁੱਲ੍ਹ ਜਾਂਦਾ ਹੈ। ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ। ਜਿਨ੍ਹਾਂ ਪਾਣਾ ਪਾਵੇ ਉਹਨਾਂ ਨੂੰ ਫਿਰ ਪਾਣਾ ਪਾ ਗਿਆ ਹੈ। ਜਿਨ੍ਹਾਂ ਨੂੰ ਪਾਣਾ ਪਾ ਗਿਆ, ਜਿਨ੍ਹਾਂ ਨੇ ਹੁਕਮ ਜਾਣ ਲਿਆ, ਉਹਨਾਂ ਨੂੰ ਗੁਰਪ੍ਰਸਾਦ ਮਿਲ ਗਿਆ। ਪਾਣਾ ਕਿਸ ਨੂੰ ਪਾਉਂਦਾ ਹੈ? ਪ੍ਰੇਮੀ ਨੂੰ ਪਾਉਂਦਾ ਹੈ ਮਹਾਰਾਜ। ਤਾਂ ਗੁਰੂ ਨੇ ਸਮਝਾਇਆ ਸੀ ਸਾਨੂੰ, ਗਾਵੀਏ ਸੁਣੀਏ ਮਨ ਰੱਖੀਏ ਪਾਓ। ਮਨ ਦੇ ਵਿੱਚ ਪ੍ਰੇਮ ਜਗਾਓ, ਗਾਓ ਉਸ ਨੂੰ, ਪੁਕਾਰੀਏ, ਸੁਣ ਕੇ ਮਨ ਨੂੰ ਨਿਰਮਲ ਕਰੀਏ, ਇਕਾਗਰ ਕਰੀਏ, ਸੁਰਤ ਦਾ ਗਿਆਨ ਪ੍ਰਾਪਤ ਕਰੀਏ। ਪਵਨ ਅਰਮ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਅੱਜ ਦੀ ਵਿਚਾਰਿਤ ਨਹੀਂ ਪ੍ਰਵਾਨ ਕਰਨਾ ਮਹਾਰਾਜ। ਮੇਰੀਆਂ ਭੁੱਲਾਂ ਅਨੇਕਾਂ ਹੀ ਹਨ, ਖਿਮਾ ਕਰ ਦੇਣਾ, ਸੁਧਾਰ ਜ਼ਰੂਰ ਕਰਨਾ। ਜੀਵਨ ਨੂੰ ਜਾਣ ਲਈਏ ਇਸ ਅਰਦਾਸ ਨਾਲ, ਗੁਰੂ ਮਹਾਰਾਜ ਅੱਗੇ ਬੇਨਤੀ ਕਰਕੇ ਅੱਜ ਦੀ ਇਹ ਗੱਲ ਸਮਾਪਤ ਕਰਦੇ ਹਾਂ। ਆਪ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ। ਆਪ ਸਭ ਦਾ ਬਹੁਤ ਆਭਾਰ ਹੈ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।